ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਦੋਸਤੋ, ਸਾਡੇ ਮੁਲਕ ਦੇ ਵਿੱਚ ਬੱਕਰੀਆਂ ਦੀ ਤਾਦਾਦ ਬਹੁਤ ਜ਼ਿਆਦਾ ਹੈ। ਪਾਕਿਸਤਾਨ ਦੇ ਵਿੱਚ ਲੱਖਾਂ ਕਿਸਾਨ ਤੇ ਫਾਰਮਰ ਬੱਕਰੀਆਂ ਪਾਲ ਰਹੇ ਨੇ। ਦਹੀ ਇਲਾਕਿਆਂ ਦੇ ਵਿੱਚ ਬੱਕਰੀ ਇੱਕ ਛੋਟੇ ਕਿਸਾਨ ਲਈ ਆਮਦਨ ਦਾ ਅਹਿਮ ਜ਼ਰੀਆ ਹੈ। ਬੱਕਰੀ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਮੁਖਤਲਿਫ ਮੌਸਮ ਤੇ ਮਾਹੌਲ ਦੇ ਵਿੱਚ ਕਾਫੀ ਹੱਦ ਤੱਕ ਮੁਤਾਬਕਤ ਪੈਦਾ ਕਰ ਲੈਂਦੀ ਹੈ। ਇਸ ਕਰਕੇ ਪਾਕਿਸਤਾਨ ਦੇ ਗਰਮ ਇਲਾਕੇ ਹੋਣ ਜਾਂ ਖੁਸ਼ਕ ਇਲਾਕੇ ਜਾਂ ਠੰਡੇ ਇਲਾਕੇ ਦੇ ਵਿੱਚ ਵੀ ਮੁਨਾਸਬ ਨਸਲ ਤੇ ਮੁਨਾਸਬ ਮੈਨੇਜਮੈਂਟ ਦੇ ਨਾਲ ਬੱਕਰੀਆਂ ਪਾਲੀਆਂ ਜਾ ਸਕਦੀਆਂ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰ ਬੱਕਰੀ ਫਾਰਮਿੰਗ ਦੇ ਵਿੱਚ ਐਸੀ ਕੀ ਖਾਸ ਗੱਲ ਹੈ। ਸਭ ਤੋਂ ਪਹਿਲੀ ਗੱਲ ਇਹ ਆ ਕਿ ਕਮ ਜਗ੍ਹਾ ਦੇ ਵਿੱਚ ਵੀ ਤੁਸੀਂ ਬੱਕਰੀਆਂ ਰੱਖ ਸਕਦੇ ਹੋ। ਬੱਕਰੀਆਂ ਬੜੇ ਜਾਨਵਰਾਂ ਦੇ ਮੁਕਾਬਲੇ ਦੇ ਵਿੱਚ ਛੋਟੇ ਜਾਨਵਰ ਨੇ। ਇਸ ਕਰਕੇ ਜੇ ਤੁਹਾਡੇ ਕੋਲ ਜਗ੍ਹਾ ਮਹਿਦੂਦ ਹੋਵੇ ਤੇ ਤੁਸੀਂ ਮੁਨਾਸਬ ਪਲਾਨਿੰਗ ਦੇ ਨਾਲ ਬੱਕਰੀ ਫਾਰਮਿੰਗ ਸ਼ੁਰੂ ਕਰ ਸਕਦੇ ਹੋ। ਦੂਜੀ ਖਾਸ ਗੱਲ ਇਹ ਆ ਕਿ ਛੋਟੇ ਪੈਮਾਨੇ ਤੋਂ ਸ਼ੁਰੂਆਤ ਕਰ ਸਕਦੇ ਹੋ। ਬੱਕਰੀ ਫਾਰਮਿੰਗ ਸ਼ੁਰੂ ਕਰਨ ਲਈ ਇਹ ਜ਼ਰੂਰੀ ਨਹੀਂ ਹੈਗਾ ਕਿ ਪਹਿਲੇ ਦਿਨ ਤੋਂ ਹੀ ਤੁਸੀਂ 50 ਜਾਂ 100 ਬੱਕਰੀਆਂ ਖਰੀਦ ਲਓ। ਜੇ ਤੁਹਾਡਾ ਬਜਟ ਘੱਟ ਹੈ ਤੇ ਤੁਸੀਂ ਚੰਦ ਅੱਛੀ ਨਸਲ ਦੀਆਂ ਬੱਕਰੀਆਂ ਖਰੀਦ ਲਓ ਤੇ ਉਹਨਾਂ ਤੋਂ ਸ਼ੁਰੂ ਕਰ ਲਓ। ਪਹਿਲਾ ਤਜਰਬਾ ਹਾਸਲ ਕਰੋ, ਜਾਨਵਰਾਂ ਦੀ ਖੁਰਾਕ, ਸਿਹਤ ਤੇ ਬਰੀਡਿੰਗ ਨੂੰ ਸਮਝੋ, ਮਾਰਕੀਟ ਨੂੰ ਵੇਖੋ ਤੇ ਜਦੋਂ ਤੁਹਾਡਾ ਤਜਰਬਾ ਵਧੇ ਤੇ ਕਾਰੋਬਾਰ ਨੂੰ ਆਹਿਸਤਾ ਵਧਾਉਂਦੇ ਜਾਓ। ਇਸ ਤਰ੍ਹਾਂ ਇੱਕ ਛੋਟਾ ਜਿਹਾ ਫਾਰਮ ਵਕਤ ਦੇ ਨਾਲ ਇੱਕ ਮਜ਼ਬੂਤ ਕਾਰੋਬਾਰ ਬਣ ਸਕਦਾ ਹੈ। ਦੋਸਤੋ, ਬੱਕਰੀ ਫਾਰਮਿੰਗ ਦੇ ਵਿੱਚ ਸਭ ਤੋਂ ਅਹਿਮ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਆ ਬੱਕਰੀ ਦੀ ਚੰਗੀ ਨਸਲ। ਹਰ ਇਲਾਕੇ ਦੀ ਆਪਣੀ ਜ਼ਰੂਰਤ ਤੇ ਆਪਣੀ ਮਾਰਕੀਟ ਹੁੰਦੀ ਹੈ। ਕਿਸੇ ਇਲਾਕੇ ਦੇ ਵਿੱਚ ਟੈਡੀ ਦੀ ਮੰਗ ਹੋ ਸਕਦੀ ਹੈ ਤੇ ਕਿਸੇ ਇਲਾਕੇ ਦੇ ਵਿੱਚ ਬੀਟਲ ਤੇ ਕਿਸੇ ਜਗ੍ਹਾ ਤੇ ਹੋਰ ਮਕਾਮੀ ਨਸਲ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ। ਇਸ ਲਈ ਸਿਰਫ ਬੱਕਰੀ ਦੀ ਸ਼ਕਲ ਵੇਖ ਕੇ ਫੈਸਲਾ ਨਾ ਕਰੋ। ਬੱਕਰੀ ਖਰੀਦਣ ਲੱਗੇ ਬੱਕਰੀ ਤੇ ਉਹਦੀ ਸਿਹਤ, ਉਮਰ, ਜਿਸਮਾਨੀ ਸਾਖਤ, ਲੱਤਾਂ ਵਗੈਰਾ, ਦੰਦ, ਥਣ, ਨਸਲ ਤੇ ਪਿਛਲਾ ਰਿਕਾਰਡ ਜ਼ਰੂਰ ਵੇਖੋ। ਖਾਸ ਤੌਰ ਤੇ ਜੇ ਤੁਸੀਂ ਬਰੀਡਿੰਗ ਲਈ ਜਾਨਵਰ ਰੱਖ ਰਹੇ ਹੋ ਤੇ ਨਰ ਬੱਕਰਾ ਬੜਾ ਸੋਚ ਸਮਝ ਕੇ ਰੱਖਣਾ ਹੈ, ਕਿਉਂਕਿ ਇੱਕ ਚੰਗਾ ਬਰੀਡਰ ਪੂਰੇ ਫਾਰਮ ਦੀ ਅਗਲੀ ਨਸਲ ਤੇ ਅਸਰ ਪਾ ਸਕਦਾ ਹੈ। ਤੇ ਹੁਣ ਗੱਲ ਕਰਦੇ ਹਾਂ ਖੁਰਾਕ ਦੀ। ਦੋਸਤੋ, ਬੱਕਰੀ ਫਾਰਮਿੰਗ ਦੇ ਵਿੱਚ ਖੁਰਾਕ ਸਭ ਤੋਂ ਵੱਡੇ ਅਖਰਾਜਾਤ ਵਿੱਚੋਂ ਇੱਕ ਹੋ ਸਕਦੀ ਹੈ। ਜੇ ਖੁਰਾਕ ਦਾ ਇੰਤਜ਼ਾਮ ਸਹੀ ਨਾ ਹੋਵੇ ਤੇ ਤੁਹਾਡਾ ਫਾਰਮ ਮੁਨਾਫੇ ਦੀ ਬਜਾਏ ਨੁਕਸਾਨ ਵੱਲ ਵੀ ਜਾ ਸਕਦਾ ਹੈ। ਬੱਕਰੀ ਨੂੰ ਸਿਰਫ ਇੱਕ ਕਿਸਮ ਦਾ ਚਾਰਾ ਦੇਣ ਦੀ ਬਜਾਏ ਉਹਦੀ ਜ਼ਰੂਰਤ ਦੇ ਮੁਤਾਬਕ ਮੁਤਵਾਜ਼ਨ ਖੁਰਾਕ ਦੇਣਾ ਜ਼ਰੂਰੀ ਹੈ। ਸਬਜ਼ ਚਾਰਾ, ਖੁਸ਼ਕ ਚਾਰਾ, ਲੂਸਨ, ਸਾਈਲੇਜ, ਤੂੜੀ, ਮਕਈ ਤੇ ਹੋਰ ਖੁਰਾਕਾਂ ਇਸਤੇਮਾਲ ਕੀਤੀਆਂ ਜਾ ਸਕਦੀਆਂ ਨੇ। ਦੋਸਤੋ, ਅਸਲ ਕਾਮਯਾਬੀ ਇਹ ਆ ਕਿ ਤੁਸੀਂ ਕਮ ਖਰਚ ਦੇ ਵਿੱਚ ਐਸੀ ਖੁਰਾਕ ਤਿਆਰ ਕਰੋ ਜਿਹੜੀ ਜਾਨਵਰ ਦੀ ਗੁਜ਼ਾਈ ਜ਼ਰੂਰਤ ਪੂਰਾ ਕਰੇ ਤੇ ਖੁਰਾਕ ਦਾ ਜ਼ਿਆ ਵੀ ਨਾ ਹੋਵੇ। ਬੱਕਰੀ ਫਾਰਮਿੰਗ ਦੇ ਵਿੱਚ ਬਿਮਾਰੀ ਇੱਕ ਬਹੁਤ ਵੱਡਾ ਨੁਕਸਾਨ ਬਣ ਸਕਦੀ ਹੈ। ਇੱਕ ਬਿਮਾਰ ਜਾਨਵਰ ਨਾ ਸਿਰਫ ਖੁਦ ਕਮਜ਼ੋਰ ਹੁੰਦਾ ਹੈ, ਬਲਕਿ ਜੇ ਬਿਮਾਰੀ ਮੂਜ਼ੀ ਹੋਵੇ ਤੇ ਪੂਰੇ ਰੇਵੜ ਨੂੰ ਮੁਤਾਸਰ ਕਰ ਸਕਦੀ ਹੈ। ਇਸ ਲਈ ਸਫਾਈ, ਸਾਫ਼ ਪਾਣੀ, ਮੁਨਾਸਬ ਰਿਹਾਇਸ਼, बर वक्त ਵੈਕਸੀਨੇਸ਼ਨ ਤੇ ਬਿਮਾਰੀ ਦੀ ਸੂਰਤ ਦੇ ਵਿੱਚ ਵੈਟਰਨਰੀ ਡਾਕਟਰ ਦੀ ਰਹਿਨਮਾਈ ਬਹੁਤ ਜ਼ਰੂਰੀ ਹੈ। ਦੋਸਤੋ, ਬੱਕਰੀ ਫਾਰਮਿੰਗ ਦੇ ਵਿੱਚ ਅਸਲ ਤਰੱਕੀ ਸਿਰਫ ਵੱਡੀਆਂ ਬੱਕਰੀਆਂ ਦੀ ਤਾਦਾਦ ਨਾਲ ਨਹੀਂ ਹੁੰਦੀ। ਅਸਲ ਕਾਮਯਾਬੀ ਇਹ ਹੈ ਕਿ ਤੁਹਾਡੇ ਫਾਰਮ 'ਤੇ ਕਿਤਨੇ ਸਿਹਤਮੰਦ ਬੱਚੇ ਪੈਦਾ ਹੋ ਰਹੇ ਨੇ, ਇਹਨਾਂ ਦੀ ਸ਼ਰ੍ਹਾ ਮੁਆਦ ਕਿੰਨੀ ਹੈ, ਤੁਸੀਂ ਇਹਨਾਂ ਨੂੰ ਕਿੰਨੀ ਅੱਛੀ ਖੁਰਾਕ ਦੇ ਰਹੇ ਹੋ ਤੇ ਮਾਰਕੀਟ ਦੇ ਵਿੱਚ ਇਹਨਾਂ ਦੀ ਕੀਮਤ ਕੀ ਮਿਲ ਰਹੀ ਹੈ। ਇਸ ਲਈ ਬੱਚੇ ਦੀ ਪੈਦਾਇਸ਼ ਤੋਂ ਲੈ ਕੇ ਉਹਦੀ ਪਰਵਰਿਸ਼ ਤੱਕ ਹਰ ਮਰਹਲਾ ਬਹੁਤ ਆਮ ਹੈ। ਜੇ ਤੁਸੀਂ ਸਿਹਤਮੰਦ ਜਾਨਵਰ ਤਿਆਰ ਕਰਦੇ ਹੋ, ਅੱਛੇ ਰਿਕਾਰਡ ਰੱਖਦੇ ਹੋ ਤੇ ਮੁਨਾਸਬ ਵਕਤ ਤੇ ਜਾਨਵਰ ਫਰੋਖਤ ਕਰਦੇ ਹੋ ਤੇ ਕਾਰੋਬਾਰ ਨੂੰ ਅੱਗੇ ਲੈ ਕੇ ਜਾਣਾ ਆਸਾਨ ਹੋ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਮਾਰਕੀਟ ਦੀ। ਕੋਈ ਵੀ ਕਾਰੋਬਾਰ ਉਦੋਂ ਕਾਮਯਾਬ ਹੁੰਦਾ ਹੈ ਜਦੋਂ ਉਹਦੀ ਮਾਰਕੀਟ ਮੌਜੂਦ ਹੋਵੇ। ਬੱਕਰੀਆਂ ਗੋਸ਼ਤ, ਦੁੱਧ, ਬਰੀਡਿੰਗ ਤੇ ਹੋਰ ਮਕਾਸਦ ਲਈ ਫਰੋਖਤ ਹੁੰਦੀਆਂ ਨੇ। ਪਾਕਿਸਤਾਨ ਦੇ ਮੁਖਤਲਿਫ ਇਲਾਕਿਆਂ ਦੇ ਵਿੱਚ ਬੱਕਰੀ ਦੀ ਮਾਰਕੀਟ ਮੌਜੂਦ ਹੈ ਤੇ ਈਦ ਉਲ ਅਜ਼ਹਾ ਦੇ ਮੌਕੇ ਦੇ ਉੱਤੇ ਬੱਕਰੀਆਂ ਦੀ ਮੰਗ ਵੱਧ ਜਾਂਦੀ ਹੈ। ਪਰ ਇੱਕ ਕਾਮਯਾਬ ਫਾਰਮਰ ਸਿਰਫ ਜਾਨਵਰ ਨਹੀਂ ਪਾਲਦਾ, ਉਹ ਮਾਰਕੀਟ ਨੂੰ ਵੀ ਸਮਝਦਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਹੜੀ ਨਸਲ ਦੀ ਮੰਗ ਜ਼ਿਆਦਾ ਹੈ। ਦੋਸਤੋ, ਇੱਕ ਗੱਲ ਦਿਲ ਦੇ ਵਿੱਚ ਪੱਕੀ ਕਰ ਲਓ, ਬੱਕਰੀ ਫਾਰਮਿੰਗ ਕੋਈ ਰਾਤੋਂ ਰਾਤ ਅਮੀਰ ਹੋਣ ਵਾਲਾ ਕਾਰੋਬਾਰ ਨਹੀਂ। ਇਹ ਮਿਹਨਤ, ਸਬਰ ਤੇ ਮਸਲਸਲ ਮੈਨੇਜਮੈਂਟ ਦਾ ਕਾਰੋਬਾਰ ਹੈ।